ਤੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਪਾਤਸ਼ਾਹੀ ਨੌਵੀਂ, ਜੋ ਇਤਿਹਾਸਿਕ ਸਥਾਨ ਹੈ ਪਿੰਡ ਹਜ਼ਾਰਾ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਚੈਨਲ ਹੱਕ ਸੱਚ ਟੀਵੀ ਤੇ ਮੈਂ ਦਵਿੰਦਰ ਮੰਡ। ਸੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਜ਼ਰੀਏ ਅਸੀਂ ਤੁਹਾਨੂੰ ਵੱਖ-ਵੱਖ ਜਿਹੜੇ ਇਤਿਹਾਸਿਕ ਸਥਾਨ ਨੇ, ਵੱਖ-ਵੱਖ ਗੁਰੂ ਘਰ ਨੇ, ਉਸ ਗੁਰੂ ਘਰਾਂ ਦੇ ਦਰਸ਼ਨ ਕਰਵਾਉਂਦੇ ਹਾਂ। ਸੋ ਜਲੰਧਰ ਤੋਂ ਜਦੋਂ ਅਸੀਂ ਰਮਾ ਮੰਡੀ ਪੁਲ ਤੋਂ ਥੱਲੇ ਉਤਰਦੇ ਹਾਂ ਤੇ ਅੱਗੇ ਆ ਕੇ ਇੱਕ ਪਿੰਡ ਆਉਂਦਾ ਹੈ ਹਜ਼ਾਰਾ ਪਿੰਡ। ਇਸ ਪਿੰਡ ਦੇ ਵਿੱਚ ਇੱਕ ਇਤਿਹਾਸਿਕ ਸਥਾਨ ਹੈ, ਗੁਰੂ ਘਰ ਦਾ ਨਾਮ ਹੈ ਸ਼੍ਰੀ ਥੜਾ ਸਾਹਿਬ ਪਾਤਸ਼ਾਹੀ ਨੌਵੀਂ। ਸੋ ਨੌਵੀਂ ਪਾਤਸ਼ਾਹੀ ਦੇ ਨਾਲ ਇਹ ਜਿਹੜਾ ਗੁਰਦੁਆਰਾ ਉਹਨਾਂ ਦੇ ਕਹਿ ਸਕਦੇ ਹਾਂ ਕਿ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਇੱਥੇ ਚਾਲੇ ਪਾਏ ਸਨ, ਅਨੰਦਪੁਰ ਸਾਹਿਬ ਜਾ ਰਹੇ ਸਨ ਅਤੇ ਉਦੋਂ ਰਸਤੇ ਦੇ ਵਿੱਚ ਇੱਥੇ ਰੁਕੇ ਸਨ। ਅਤੇ ਕਿਸ ਤਰ੍ਹਾਂ ਇਸ ਗੁਰੂ ਘਰ ਦਾ ਨਾਮ ਥੜਾ ਸਾਹਿਬ ਪਿਆ ਅਤੇ ਕਿਸ ਤਰ੍ਹਾਂ ਇਸ ਪਿੰਡ ਦਾ ਨਾਮ ਹਜ਼ਾਰਾ ਪਿਆ। ਸੋ ਸਾਰੀ ਜੋ ਸਾਰਾ ਇਤਿਹਾਸ ਹੈ ਤੁਹਾਡੇ ਨਾਲ ਸਾਂਝਾ ਕਰਾਂਗੇ ਅਤੇ ਤੁਹਾਨੂੰ ਜਿਹੜਾ ਗੁਰਦੁਆਰਾ ਹੈ, ਜਿਹੜਾ ਗੁਰੂ ਘਰ ਹੈ, ਉਹਦੇ ਦਰਸ਼ਨ ਕਰਵਾਵਾਂਗੇ। ਸੋ ਆਪਾਂ ਅੰਦਰ ਚੱਲਦੇ ਹਾਂ ਅਤੇ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਵਾਉਂਦੇ ਹਾਂ। ਸੋ ਸਭ ਤੋਂ ਪਹਿਲਾਂ ਜਿਹੜੀ ਕਹਿ ਸਕਦੇ ਕਿ ਆਪਾਂ ਐਂਟਰੈਂਸ ਹੈ ਗੁਰਦੁਆਰਾ ਸਾਹਿਬ ਦੀ, ਤੋਂ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਤਿਹਾਸ ਗੁਰਦੁਆਰਾ ਸਾਹਿਬ ਦੀ ਐਂਟਰੈਂਸ 'ਤੇ ਹੀ ਦੱਸਿਆ ਗਿਆ ਹੈ ਕਿ ਇਸ ਗੁਰੂ ਘਰ ਦਾ ਇਤਿਹਾਸ ਕੀ ਹੈ। ਸੋ ਪਾਠੀ ਸਿੰਘ ਵੀ ਸਾਡੇ ਨਾਲ ਮੌਜੂਦ ਨੇ, ਗੁਰਵਿੰਦਰ ਸਿੰਘ ਜੀ, ਉਹਨਾਂ ਤੋਂ ਵੀ ਆਪਾਂ ਜਾਣਦੇ ਹਾਂ ਕਿ ਇਸ ਗੁਰੂ ਘਰ ਦਾ ਇਤਿਹਾਸ ਕੀ ਹੈ। ਸੋ ਥੋੜ੍ਹਾ ਜਿਹਾ ਅੱਗੇ ਚੱਲਦੇ ਹਾਂ ਅਤੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਪਾਤਸ਼ਾਹੀ ਨੌਵੀਂ, ਜੋ ਇਤਿਹਾਸਿਕ ਸਥਾਨ ਹੈ ਪਿੰਡ ਹਜ਼ਾਰਾ ਦੇ ਵਿੱਚ। ਸੋ ਬਿਲਕੁਲ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਰਹੇ ਹਾਂ ਅਤੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਦਫ਼ਤਰ ਹੈ ਇਸ ਗੁਰੂ ਘਰ ਦਾ। ਅਤੇ ਉਸ ਤੋਂ ਬਾਅਦ ਖੱਬੇ ਪਾਸੇ ਜਿੱਥੇ ਤੁਸੀਂ ਕੜਾਹ ਪ੍ਰਸ਼ਾਦ ਦੀ ਜਿਹੜੀ ਦੇਗ ਹੈ ਇਸ ਕਾਊਂਟਰ ਤੋਂ ਲੈ ਸਕਦੇ ਹੋ। ਅਤੇ ਥੋੜ੍ਹਾ ਜਿਹਾ ਅੱਗੇ ਚੱਲਦੇ ਹਾਂ। ਅੱਗੇ ਜਾ ਕੇ ਇੱਕ ਇਸ ਹੱਥ ਬਹੁਤ ਜਿਹੜੀ ਸੋਹਣੀ ਪਾਰਕ ਹੈ ਬਣੀ ਹੋਈ ਹੈ ਗੁਰੂ ਘਰ ਦੇ ਅੰਦਰ, ਅਤੇ ਨਾਲ ਹੀ ਜਿਹੜਾ ਸਰੋਵਰ ਹੈ ਉਹ ਵੀ ਬਣਿਆ ਹੋਇਆ, ਉਹਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ। ਅਤੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਜੋੜਾ ਘਰ ਹੈ। ਸੋ ਗੁਰਦੁਆਰਾ ਜਿਹੜਾ ਇਤਿਹਾਸਿਕ ਸਥਾਨ ਬਿਲਕੁਲ ਸਾਹਮਣੇ ਆ। ਅਤੇ ਸੋ ਭਾਈ ਗੁਰਵਿੰਦਰ ਸਿੰਘ ਜੀ ਸਾਡੇ ਨਾਲ ਨੇ ਅਤੇ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਇਸ ਗੁਰੂ ਘਰ ਦਾ ਇਤਿਹਾਸ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਸੋ ਸਭ ਤੋਂ ਪਹਿਲਾਂ ਜੋ ਇਸ ਗੁਰੂ ਘਰ ਦਾ ਇਤਿਹਾਸ ਹੈ, ਜੋ ਇਸ ਗੁਰੂ ਘਰ ਦਾ ਜਾਂ ਇਸ ਪਿੰਡ ਦਾ ਨਾਮ ਜਿਹੜਾ ਹਜ਼ਾਰਾ ਪਿੰਡ ਪਿਆ ਹੈ ਅਤੇ ਇਸ ਗੁਰੂ ਘਰ ਦਾ ਨਾਮ ਸ਼੍ਰੀ ਥੜਾ ਸਾਹਿਬ ਪਿਆ, ਸੋ ਉਸ ਬਾਰੇ ਜਿਹੜਾ ਪੂਰਾ ਇਤਿਹਾਸ ਹੈ ਸੰਗਤਾਂ ਦੇ ਰੂਬਰੂ ਕਰੋ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਾਬੇ ਬਕਾਲੇ ਦੀ ਧਰਤੀ ਤੋਂ ਜਦੋਂ ਅਨੰਦਪੁਰ ਸਾਹਿਬ ਜਾਣ ਲਈ ਇਸ ਰਸਤੇ ਤੋਂ ਵੱਖ-ਵੱਖ ਪੜਾਅ ਕਰਦਿਆਂ ਹੋਇਆਂ ਇਸ ਸਥਾਨ 'ਤੇ ਪਹੁੰਚਦੇ ਨੇ। ਸਤਿਗੁਰਾਂ ਦੇ ਇਸ ਸਥਾਨ 'ਤੇ ਪਹੁੰਚਣ 'ਤੇ ਸਤਿਗੁਰ ਜੀ ਇਸ ਨਗਰ ਦੇ ਹੋਣ ਤੋਂ ਪਹਿਲਾਂ ਤੋਂ, ਜਦੋਂ ਇੱਥੇ ਇੱਕ ਬਿਆਬਾਨ ਇਲਾਕਾ ਹੈ ਅਤੇ ਇਸ ਬਿਆਬਾਨ ਇਲਾਕੇ ਦੇ ਵਿੱਚ ਇੱਕ ਚਰਵਾਹਾ ਜਿਨ੍ਹਾਂ ਦਾ ਨਾਂ ਰਣ ਹੈ, ਉਹ ਮੱਝਾਂ ਚਾਰ ਰਹੇ ਨੇ। ਅਤੇ ਸਤਿਗੁਰ ਜੀ ਉਹਨਾਂ ਨੂੰ ਪੁੱਛਦੇ ਨੇ ਕਿ ਭਾਈ ਰਣ, ਇਸ ਸਥਾਨ 'ਤੇ ਨਗਰ ਕਿਉਂ ਨਹੀਂ ਵਸਿਆ? ਇਹ ਬਿਆਬਾਨ ਇਲਾਕਾ ਹੈ ਅਤੇ ਕੁਝ ਘਰ ਵਸ ਕੇ ਉੱਜੜ ਚੁੱਕੇ ਨੇ, ਇਹ ਕਾਰਨ ਕੀ ਹੈ? ਅਤੇ ਭਾਈ ਰਣ ਜੀ ਅੱਗੋਂ ਜਵਾਬ ਦਿੰਦੇ ਨੇ, ਸਤਿਗੁਰ ਜੀ, ਇਸ ਸਥਾਨ 'ਤੇ ਜਦੋਂ ਵੀ ਕੋਈ ਵਸੋਂ ਕਰਦਾ ਹੈ, ਰਿਹਾਇਸ਼ ਕਰਦਾ ਹੈ ਅਤੇ ਘਰ ਉੱਜੜ ਜਾਂਦੇ ਨੇ, ਕੋਈ ਵੀ ਸਥਾਨ 'ਤੇ ਲਗਾਤਾਰ ਟਿਕ ਕੇ ਰਹਿ ਨਹੀਂ ਰਿਹਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵਰ ਦਿੱਤਾ ਕਿ ਭਾਈ ਸਾਹਿਬ ਜੀ, ਤੁਸੀਂ ਇਸ ਸਥਾਨ ਦੀ ਸੇਵਾ ਸੰਭਾਲ ਕਰੋ। ਨਾਮ ਬਾਣੀ ਦਾ ਉਪਦੇਸ਼ ਸਤਿਗੁਰਾਂ ਨੇ ਭਾਈ ਰਣ ਜੀ ਨੂੰ ਦਿੱਤਾ, ਜਿਨ੍ਹਾਂ ਦਾ ਨਾਮ ਬਾਅਦ ਵਿੱਚ ਭਾਈ ਰਣ ਸਿੰਘ ਜੀ ਹੋਇਆ ਹੈ। ਸੋ ਉਹਨਾਂ ਨੇ ਇਸ ਸਥਾਨ 'ਤੇ ਇਸ ਦੀ ਸੇਵਾ ਸੰਭਾਲ ਕੀਤੀ ਹੈ ਅਤੇ ਨਾਲ ਹੀ ਸਤਿਗੁਰਾਂ ਨੇ ਇਹ ਵਰ ਦਿੱਤਾ ਸੀ ਕਿ ਇਸ ਸਥਾਨ 'ਤੇ ਰਹਿ ਕਰਕੇ ਤੁਸੀਂ ਜਿੱਥੇ ਸੇਵਾ ਸੰਭਾਲ ਕਰਨੀ ਹੈ, ਉੱਥੇ ਹੀ ਇਸ ਨਗਰ ਨੂੰ ਵਸਾਉਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਤੁਹਾਡੀ ਹੈ। ਤੋ ਸਤਿਗੁਰਾਂ ਨੇ ਉਸ ਸਮੇਂ ਇਹ ਵਰ ਦਿੱਤਾ ਕਿ ਇਸ ਨਗਰ ਨੂੰ ਵਸਾਇਆ ਜਾਵੇ ਅਤੇ ਹਜ਼ਾਰਾਂ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਇੱਥੇ ਆ ਕੇ ਵਸੋਂ ਕਰਨਗੀਆਂ। ਅਤੇ ਉਸ ਸਮੇਂ ਨਾ ਹੀ ਜਿਹੜਾ ਇਸ ਨਗਰ ਦਾ ਹਜ਼ਾਰਾ ਰੱਖਿਆ ਗਿਆ ਹੈ। ਇਸ ਸਥਾਨ ਦਾ ਨਾਮ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਚਰਨ ਛੋਹ ਧਰਤੀ ਇਹ ਪ੍ਰਾਪਤ ਹੈ। ਇਸ ਸਥਾਨ ਦਾ ਨਾਮ ਥੜਾ ਸਾਹਿਬ ਇਸ ਕਰਕੇ ਰੱਖਿਆ ਗਿਆ ਕਿ ਭਾਈ ਰਣ ਜੀ ਨੇ ਸਤਿਗੁਰਾਂ ਦੇ ਇਸ ਸਥਾਨ 'ਤੇ ਆਉਣ 'ਤੇ ਉਹਨਾਂ ਦੇ ਵਿਸ਼ਰਾਮ ਕਰਨ ਦੇ ਲਈ, ਆਰਾਮ ਕਰਨ ਦੇ ਲਈ ਥੜਾ ਤਿਆਰ ਕੀਤਾ ਗਿਆ ਸੀ। ਸਤਿਗੁਰ ਜੀ ਉਸ ਥੜੇ ਸਾਹਿਬ ਦੇ ਉੱਪਰ ਵਿਰਾਜਮਾਨ ਹੋਏ ਅਤੇ ਇਸ ਕਰਕੇ ਇਸ ਸਥਾਨ ਦਾ ਨਾਮ ਇਤਿਹਾਸਕ ਤੌਰ 'ਤੇ ਥੜਾ ਸਾਹਿਬ ਰੱਖਿਆ ਗਿਆ ਹੈ। ਗੁਰੂ ਘਰ ਦਾ ਨਾਮ ਥੜਾ ਸਾਹਿਬ ਜੋ ਹੈ ਉਹ ਪ੍ਰਸਿੱਧ ਹੈ ਨਗਰ ਦੇ ਵਿੱਚ ਜੀ। ਅਤੇ ਬਾਬਾ ਜੀ, ਇਤਿਹਾਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਦਿਹਾੜਿਆਂ ਦੀ। ਕਿਹੜੇ ਜਿਹੜੇ ਦਿਹਾੜੇ ਨੇ ਇਸ ਗੁਰੂ ਘਰ ਦੇ ਵਿੱਚ ਮਨਾਏ ਜਾਂਦੇ ਨੇ? ਵਿਸ਼ੇਸ਼ ਤੌਰ 'ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ, ਸ਼ਹੀਦੀ ਪੁਰਬ
ਅਤੇ ਸਤਿਗੁਰਾਂ ਦੇ ਇਸ ਸਥਾਨ ਤੇ ਆਉਣ ਦੀ ਆਮਦ ਜੋ ਕਿ 8 ਫੱਗਣ ਦਾ ਦਿਹਾੜਾ ਜਿਹੜਾ ਹੈ ਵਿਸ਼ੇਸ਼ ਤੌਰ ਤੇ ਮਨਾਇਆ ਜਾ ਰਿਹਾ ਹੈ। ਉਸ ਦੇ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਿਵੇਂ ਕਿ ਸ਼ਹੀਦੀ ਦਿਹਾੜੇ ਨੇ, ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ਕ ਦਿਹਾੜਾ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਜਿਹੜੇ ਨੇ ਉਹ ਮਨਾਏ ਜਾ ਰਹੇ ਨੇ। ਆਪਾਂ ਇੱਥੋਂ ਥੋੜ੍ਹਾ ਜਿਹਾ ਅੱਗੇ ਜਾਂਦੇ ਤਾਂ ਜੰਡੂ ਸਿੰਘ ਦੇ ਵਿੱਚ ਵੀ ਇੱਕ ਜੰਡੂ ਸਿੰਘ ਜਿਹੜਾ ਪਿੰਡ ਆ ਉੱਥੇ ਵੀ ਇੱਕ ਇਤਿਹਾਸਿਕ ਸਥਾਨ ਆ। ਉੱਥੇ ਜਦੋਂ ਅਸੀਂ ਗਏ ਸੀ ਤਾਂ ਪਤਾ ਲੱਗਾ ਕਿ ਬਹੁਤ ਸਾਰੀਆਂ ਐਸੀਆਂ ਸੰਗਤਾਂ ਨੇ ਜਿਨ੍ਹਾਂ ਨੂੰ ਇਹਨਾਂ ਇਤਿਹਾਸਿਕ ਸਥਾਨਾਂ ਦਾ ਪਤਾ ਹੀ ਨਹੀਂ। ਨਾ ਹਜ਼ਾਰਾ ਪਿੰਡ ਸਾਹਿਬ ਦਾ ਇੱਥੇ ਪਤਾ ਹੈ ਕਿ ਇੱਥੇ ਥੜਾ ਸਾਹਿਬ ਗੁਰਦੁਆਰਾ, ਨਾ ਉਸ ਜੰਡੂ ਸਿੰਘੇ ਪਤਾ ਹੈ। ਸੋ ਮੈਂ ਸੰਗਤਾਂ ਦੀ ਗੱਲ ਕਰਦਾ ਕਿ ਕਿੰਨੀਆਂ ਕੁ ਸੰਗਤਾਂ ਨੂੰ ਹੁਣ ਪਤਾ ਲੱਗਣਾ ਸ਼ੁਰੂ ਹੋ ਗਿਆ ਤੇ ਕਿੱਥੋਂ ਕਿੱਥੋਂ ਜਿਹੜੀਆਂ ਸੰਗਤਾਂ ਇੱਥੇ ਆ ਕੇ ਦਰਸ਼ਨ ਕਰਦੀਆਂ ਨੇ। ਪ੍ਰਚਾਰ ਨਾ ਹੋਣ ਕਾਰਨ ਦੂਰ ਦਰਾੜਿਆਂ ਦੀਆਂ ਸੰਗਤਾਂ ਨੂੰ ਪਤਾ ਨਹੀਂ ਸੀ, ਪਰ ਜਿਵੇਂ ਹੀ ਸੋਸ਼ਲ ਮੀਡੀਆ ਰਾਹੀਂ ਸੰਗਤਾਂ ਨੂੰ ਦੂਰ ਦਰਾੜਿਆਂ ਤੋਂ ਪਤਾ ਲੱਗਦਾ ਹੈ ਤੇ ਵੱਖ-ਵੱਖ ਸਟੇਟਾਂ ਤੋਂ ਇੱਥੋਂ ਤੱਕ ਕਿ ਵੱਖ-ਵੱਖ ਦੇਸ਼ਾਂ ਤੋਂ ਸੰਗਤਾਂ ਆ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ਥੜਾ ਸਾਹਿਬ ਅਤੇ 6ਵੇਂ ਪਾਤਸ਼ਾਹ ਜੀ ਦਾ ਸਥਾਨ ਜੋ ਕਿ ਜੰਡੂ ਸਿੰਘ ਵਿਖੇ ਹੈ, ਉਹਨਾਂ ਸਤਿਗੁਰਾਂ ਦੇ ਪਾਵਨ ਦੀਦਾਰਿਆਂ ਦੇ ਲਈ ਸੰਗਤਾਂ ਜਿਹੜੀਆਂ ਨੇ ਉਹ ਦੂਰ ਦਰਾੜਿਆਂ ਤੋਂ ਆਉਂਦੀਆਂ ਹਨ। ਤੇ ਮੈਂ ਅੱਜ ਦੇਖਦਾ ਪਿਆ ਸੀ ਜੀ ਇੱਥੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਨੇ। ਸੋ ਲਗਾਤਾਰ ਇੱਥੇ ਅਖੰਡ ਪਾਠ ਸਾਹਿਬ ਜਿਹੜੇ ਚੱਲਦੇ ਰਹਿੰਦੇ ਨੇ। ਨਹੀਂ ਜੀ, ਇਹ ਅਖੰਡ ਪਾਠ ਸਾਹਿਬ ਪੰਜ ਸ਼੍ਰੀ ਅਖੰਡ ਪਾਠ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਸੰਗਤਾਂ ਵੱਲੋਂ ਆਰੰਭ ਕਰਵਾਏ ਗਏ ਹਨ। ਵੈਸੇ ਵਿਸ਼ੇਸ਼ ਤੌਰ ਤੇ ਸੰਗਤਾਂ ਆਪਣੇ ਜੀਵਨ ਦੇ ਵਿੱਚ, ਜੀਵਨ ਕਾਲ ਦੇ ਵਿੱਚ ਸਤਿਗੁਰਾਂ ਪਾਸੋਂ, ਸਤਿਗੁਰ ਦੇ ਚਰਨਾਂ 'ਚ ਕੀਤੀਆਂ ਅਰਦਾਸਾਂ ਤੇ ਸਤਿਗੁਰਾਂ ਪਾਸੋਂ ਲਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ। ਸਤਿਗੁਰਾਂ ਦੇ ਚਰਨ ਛੋਹ ਇਸ ਸਥਾਨ ਤੇ ਇਤਿਹਾਸਿਕ ਸਥਾਨ ਥੜਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਸੇਵਾ ਜਿਹੜੀਆਂ ਉਹ ਲੈਂਦੀਆਂ ਰਹਿੰਦੀਆਂ ਹਨ ਜੀ। ਬਾਬਾ ਜੀ, ਆਪਾਂ ਕਿਸੇ ਵੀ ਇਤਿਹਾਸਿਕ ਸਥਾਨ ਤੇ ਜਾਂਦੇ, ਹਰ ਇਤਿਹਾਸਿਕ ਸਥਾਨ ਦੀ ਆਪਣੀ ਮਾਨਤਾ ਹੁੰਦੀ ਹੈ। ਸੋ ਇਸ ਇਤਿਹਾਸਿਕ ਸਥਾਨ ਦੀ ਕੀ ਮਾਨਤਾ, ਕਿਹੜੀ ਮਨੋਕਾਮਨਾ ਜਿਹੜੀਆਂ ਸੰਗਤਾਂ ਦੀਆਂ ਪੂਰੀਆਂ ਹੁੰਦੀਆਂ ਨੇ? ਸਤਿਗੁਰ ਦੇ ਚਰਨਾਂ ਵਿੱਚ ਜਦੋਂ ਵੀ ਅਸੀਂ ਅਰਦਾਸ ਕਰਦੇ ਹਾਂ, ਕਿਸੇ ਵਿਸ਼ੇਸ਼ ਤੌਰ ਤੇ ਜਿਵੇਂ ਕਿ ਪਰਿਵਾਰ ਦੀ ਸੁੱਖ ਸ਼ਾਂਤੀ ਹੋਵੇ ਜਾਂ ਅਸੀਂ ਕਾਰੋਬਾਰ ਦੀ ਕਰਦੇ ਹਾਂ ਜਾਂ ਵਿਦੇਸ਼ ਜਾਣ ਦੀ ਹੈ, ਵੈਸੇ ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਿਵੇਂ ਭਮੱਖਣ ਸ਼ਾਹ ਲੁਬਾਣਾ ਦਾ ਡੁੱਬਦਾ ਹੈ ਜਹਾਜ਼ ਬੰਨੇ ਲਾਇਆ ਹੈ, ਸਤਿਗੁਰਾਂ ਦੇ ਚਰਨਾਂ 'ਚ ਕੋਈ ਵੀ ਅਸੀਂ ਅਰਦਾਸ ਕਰਦੇ ਹਾਂ, ਸਤਿਗੁਰ ਜੀ ਉਸ ਅਰਦਾਸ ਨੂੰ ਪੂਰਨ ਕਰਦੇ ਨੇ। ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਮਹਾਵਾਕ ਅਨੁਸਾਰ ਸਤਿਗੁਰਾਂ ਨੇ ਆਪ ਵਿੱਚ ਵਰਤ ਕੇ ਹਰ ਇੱਕ ਸੇਵਕ ਦੀ ਅਰਦਾਸ ਨੂੰ ਪੂਰਨ ਕੀਤਾ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਦੂਰ ਦਰਾੜਿਆਂ ਤੋਂ ਸੰਗਤਾਂ ਵਿਦੇਸ਼ਾਂ ਵਿੱਚ ਜਾਣ ਵਾਸਤੇ ਤੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਲਈ ਅਰਦਾਸਾਂ ਕਰਦੀਆਂ ਹਨ ਜੀ। ਸੋ ਲੈ ਚੱਲਦੇ ਹਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਦਰਸ਼ਨ ਕਰਵਾਉਂਦੇ ਹਾਂ ਉਸ ਪੁਰਾਤਨ ਥੜਾ ਸਾਹਿਬ ਦੇ, ਜਿੱਥੇ ਕਿ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਿਰਾਜਮਾਨ ਹੋਏ ਸਨ। ਸੋ ਬਾਬਾ ਜੀ ਚੱਲਦੇ ਹਾਂ ਜੀ ਆਪਾਂ ਅੰਦਰ। ਸੋ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਮਹਾਰਾਜ ਦੀ ਜਿਹੜੀ ਪਾਲਕੀ ਉੱਥੇ ਅਖੰਡ ਪਾਠ ਸਾਹਿਬ ਜਿਹੜੇ ਆਰੰਭ ਹੋਏ ਨੇ। ਸੋ ਬਾਬਾ ਜੀ ਪੁਰਾਤਨ ਜਿਹੜਾ ਅਸਥਾਨ ਇਸ ਸਥਾਨ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਰਾਮ ਕੀਤਾ, ਵਿਸ਼ਰਾਮ ਕੀਤਾ ਕੁਝ ਸਮਾਂ। ਉਸ ਤੋਂ ਉਪਰੰਤ ਸਤਿਗੁਰੂ ਜੀ ਅਨੰਦਪੁਰ ਸਾਹਿਬ ਨੂੰ ਚਾਲੇ ਪਾਏ ਹਨ ਜੀ। ਸੋ ਤੁਸੀਂ ਦੇਖ ਸਕਦੇ ਹੋ ਕਿ ਉਹ ਪੁਰਾਤਨ ਅਸਥਾਨ ਕਿ ਜਿੱਥੇ ਆ ਕੇ ਗੁਰੂ ਸਾਹਿਬ ਨੇ ਜਿਹੜਾ ਇੱਥੇ ਵਿਸ਼ਰਾਮ ਕੀਤਾ ਸੀ ਤੇ ਉਸ ਤੋਂ ਬਾਅਦ ਅੱਗੇ ਅਨੰਦਪੁਰ ਸਾਹਿਬ ਨੂੰ ਚਾਲੇ ਪਾਏ ਸਨ। ਸੋ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਘਰ ਦੇ ਅੰਦਰਲਾ ਜਿਹੜਾ ਨਜ਼ਾਰਾ। ਸੋ ਸੰਗਤਾਂ ਇੱਥੇ ਆ ਕੇ ਮੱਥਾ ਟੇਕ ਰਹੀਆਂ ਨੇ, ਅਖੰਡ ਪਾਠ ਸਾਹਿਬ ਨੇ ਜੋ ਚੱਲ ਰਹੇ ਨੇ। ਹੁਣ ਇਸ ਤੋਂ ਬਾਅਦ ਤੁਹਾਨੂੰ ਬਿਲਕੁਲ ਬਾਹਰ ਲੈ ਕੇ ਚੱਲਦੇ ਹਾਂ ਤੇ ਜੋ ਹੋਰ ਵੀ ਗੁਰੂ ਘਰ ਦੇ ਨਾਲ ਲੱਗਦਾ ਜੋ ਪਾਰਕ ਹੈ ਜਾਂ ਸਰੋਵਰ ਹੈ, ਉਹ ਸਾਰਿਆਂ ਦੇ ਦਰਸ਼ਨ ਕਰਵਾਉਂਦੇ ਆ। ਸੋ ਬਿਲਕੁਲ ਇੱਥੋਂ ਤੁਸੀਂ ਜਿਹੜਾ ਮੱਥਾ ਟੇਕ ਕੇ ਪ੍ਰਸ਼ਾਦ ਲੈ ਸਕਦੇ ਹੋ। ਇੱਥੋਂ ਬਿਲਕੁਲ ਥੜਾ ਸਾਹਿਬ ਦੇ ਜਿਹੜਾ ਬਿਲਕੁਲ ਨਾਲ ਪਾਠੀ ਸਿੰਘ ਜੀ ਮੌਜੂਦ ਨੇ, ਬੈਠੇ ਹੁੰਦੇ ਨੇ ਤੇ ਉੱਥੋਂ ਤੁਸੀਂ ਪ੍ਰਸ਼ਾਦ ਲੈ ਸਕਦੇ ਹੋ। ਤੇ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਤਿਹਾਸ ਹੈ ਉਹ ਲਿਖਿਆ ਹੋਇਆ ਹੈ। ਤੁਸੀਂ ਬਾਹਰ ਵੀ ਪੜ੍ਹ ਸਕਦੇ ਹੋ, ਗੁਰਦੁਆਰਾ ਸਾਹਿਬ ਦੇ ਅੰਦਰ ਆ ਕੇ ਵੀ ਇਤਿਹਾਸ ਜਿਹੜਾ ਪੜ੍ਹ ਸਕਦੇ ਹੋ ਕਿ ਜੋ ਇਸ ਗੁਰੂ ਘਰ ਦਾ ਇਤਿਹਾਸ ਹੈ। ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਪ੍ਰਚਾਰ ਘੱਟ ਹੋਣ ਕਾਰਨ ਕਈਆਂ ਸੰਗਤਾਂ ਨੂੰ ਇਸ ਇਤਿਹਾਸਿਕ ਸਥਾਨ ਦਾ ਪਤਾ ਹੀ ਨਹੀਂ। ਉਸ ਤੋਂ ਬਾਅਦ ਗੱਲ ਕਰੀਏ ਅੱਗੇ ਜੰਡੂ ਸਿੰਘ ਦੇ ਵਿੱਚ ਵੀ ਸੇਮ ਇਸੇ ਤਰ੍ਹਾਂ ਸੀ ਕਿ ਕਈਆਂ ਸੰਗਤਾਂ ਨੂੰ ਪਤਾ ਹੀ ਨਹੀਂ ਕਿ ਇਹ ਇਤਿਹਾਸਿਕ ਸਥਾਨ ਕਿੱਥੇ ਸੁਸ਼ੋਭਿਤ ਹੈ। ਸੋ ਅੱਗੇ ਲੈ ਕੇ ਚੱਲਦੇ ਹਾਂ। ਤੋ ਆਪਾਂ ਅੱਗੇ ਲੈ ਕੇ ਚੱਲਦੇ ਹਾਂ ਤੁਹਾਨੂੰ। ਇੱਕ ਸਾਈਡ 'ਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜਿਹੜੀ ਖੂਬਸੂਰਤ ਪਾਰਕ ਇੱਥੇ ਬਣੀ ਹੋਈ ਆ ਗੁਰੂ ਘਰ ਦੇ ਵਿੱਚ। ਸੋ ਬਾਬਾ ਜੀ, ਇਸ ਪਾਰਕ ਦਾ ਵੀ ਕੁਝ ਇਤਿਹਾਸ ਹੈ। ਤੁਸੀਂ ਬੋਲ ਰਹੇ ਸੀ ਬਾਬਾ ਰਣ ਸਿੰਘ ਦੇ ਬਾਰੇ। ਹਾਂਜੀ, ਬਾਬਾ ਰਣ ਸਿੰਘ ਜੀ ਜਿਨ੍ਹਾਂ ਦਾ ਪਾਵਨ ਸਥਾਨ ਜਿਹੜਾ ਉਹ ਸਾਹਮਣੇ ਸ਼ੁਭਾਇਮਾਨ ਹੈ, ਜਿੱਥੇ ਅਖੰਡ ਪਾਠ ਸਾਹਿਬ ਦੀ ਸੇਵਾ ਚੱਲ ਰਹੀ ਹੈ। ਸੋ ਇੱਥੇ ਵੀ ਸੰਗਤਾਂ ਜਿਹੜੀਆਂ ਨੇ ਆਪਾਂ ਚੱਲ ਕੇ ਦੇਖ ਸਕਦੇ ਹਾਂ। ਬਿਲਕੁਲ ਜੀ, ਉਹ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਰਣ ਸਿੰਘ ਜੀ ਦਾ ਜੋ ਇਤਿਹਾਸਿਕ ਸਥਾਨ ਹੈ,
ਜਿਵੇਂ ਭਾਈ ਸਾਹਿਬ ਨੇ ਪਹਿਲਾਂ ਦੱਸਿਆ ਸੀ ਕਿ ਸਿਰਫ ਬਾਬਾ ਰਣ ਸਿੰਘ ਹੀ ਇੱਥੇ ਸਨ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਮਿਲੇ ਸਨ, ਇੱਦਾਂ ਹੀ ਸੀ ਜੀ? ਹਾਂਜੀ, ਇਸ ਸਥਾਨ ਤੇ ਬਾਬਾ ਰਣ ਸਿੰਘ ਜੀ ਮੱਝਾਂ ਚਾਰ ਰਹੇ ਸਨ ਜੀ ਉਸ ਸਮੇਂ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਥਾਨ ਤੇ ਪਹੁੰਚਦੇ ਨੇ ਤੇ ਬਾਬਾ ਰਣ ਸਿੰਘ ਜੀ ਦੇ ਨਾਲ ਉਹਨਾਂ ਦੀ ਪਹਿਲੀ ਮੁਲਾਕਾਤ ਹੁੰਦੀ ਹੈ ਜੀ। ਸੋ ਇਸ ਸਥਾਨ ਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਅਖੰਡ ਪਾਠ ਸਾਹਿਬ ਦਾ ਜੋ ਅਖੰਡ ਪਾਠ ਸਾਹਿਬ ਜਿਹੜਾ ਚੱਲ ਰਿਹਾ ਹੈ, ਸੋ ਉੱਪਰ ਲਿਖਿਆ ਹੋਇਆ ਤਪ ਅਸਥਾਨ ਬਾਬਾ ਰਣ ਸਿੰਘ ਜੀ। ਸੋ ਇਸ ਸਥਾਨ ਤੇ ਵੀ ਅਖੰਡ ਪਾਠ ਸਾਹਿਬ ਜਿਹੜਾ ਚੱਲ ਰਿਹਾ ਹੈ ਤੇ ਇਸ ਸਥਾਨ ਤੇ ਹੀ ਬਾਬਾ ਰਣ ਸਿੰਘ ਆ ਬੈਠੇ ਸਨ। ਸੋ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਅੱਗੇ, ਤੁਹਾਨੂੰ ਜਾ ਕੇ ਸਰੋਵਰ ਦੇ ਜਿਹੜੇ ਦਰਸ਼ਨ ਕਰਵਾਉਂਦੇ ਆ। ਭਾਈ ਸਾਹਿਬ ਸਾਡੇ ਨਾਲ ਨੇ। ਸੋ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਤੇ ਇੱਥੇ ਸਰੋਵਰ ਦੇ ਵਿੱਚ ਇਸ਼ਨਾਨ ਵੀ ਕਰਦੀਆਂ ਨੇ। ਹਾਂਜੀ, ਇਸ਼ਨਾਨ ਕਰਦੇ ਆ ਸਰੋਵਰ ਦੇ ਵਿੱਚ ਤੇ ਮਨ ਮੰਗੀਆਂ ਮੁਰਾਦਾਂ ਜਿਹੜੀਆਂ ਨੇ ਸਤਿਗੁਰਾਂ ਪਾਸੋਂ ਪ੍ਰਾਪਤ ਕਰਦੀਆਂ ਹਨ ਜੀ। ਸੋ ਆਪਾਂ ਚੱਲਦੇ ਅੱਗੇ, ਸਰੋਵਰ ਦੇ ਦਰਸ਼ਨ ਕਰਵਾਉਂਦੇ ਆ ਤੁਹਾਨੂੰ। ਸੋ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਤਿਹਾਸਿਕ ਜਿਹੜਾ ਮਾਫ ਕਰਨਾ ਜੋ ਸਰੋਵਰ ਹੈ ਇੱਥੇ, ਸੋ ਉਹ ਵੀ ਸੁਸ਼ੋਭਿਤ ਹੈ ਤੇ ਸੰਗਤਾਂ ਆਉਂਦੀਆਂ ਨੇ, ਮਨ ਮੰਗੀਆਂ ਮੁਰਾਦਾਂ ਜਿਹੜੀਆਂ ਇੱਥੋਂ ਪਾਉਂਦੀਆਂ ਨੇ। ਬਾਬਾ ਜੀ ਜਿਹੜਾ ਸਰੋਵਰ ਹੈ ਇਹ ਉਦੋਂ ਦਾ ਹੀ ਬਣਿਆ ਹੋਇਆ ਜਾਂ ਬਾਅਦ ਵਿੱਚ ਬਣਿਆ? ਇਹ ਸਰੋਵਰ ਬਾਅਦ ਵਿੱਚ ਬਣਾਇਆ ਗਿਆ ਜਦੋਂ ਬਾਬਾ ਰਣ ਸਿੰਘ ਜੀ ਨੇ ਸੇਵਾ ਸੰਭਾਲੀ, ਉਸ ਤੋਂ ਬਾਅਦ ਸੰਗਤਾਂ ਦੇ ਸਹਿਯੋਗ ਦੇ ਨਾਲ ਸਰੋਵਰ ਦੀ ਜਿਹੜੀ ਸੇਵਾ ਕੀਤੀ ਗਈ ਜੀ। ਫਿਰ ਵੀ ਕਿੰਨਾ ਕੁ ਸਮਾਂ ਹੋ ਗਿਆ ਸਰੋਵਰ ਨੂੰ? ਜਦੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਤਕਰੀਬਨ 60 ਸਾਲ ਦੇ ਨੇੜੇ ਇਹ ਜਿਹੜਾ ਹੈ ਉਹ ਸਰੋਵਰ ਤਿਆਰ ਹੋਇਆ ਜੀ। ਤੇ ਉਹ ਬਿਲਕੁਲ ਇੱਕ ਸਾਹਮਣੇ ਬਿਲਡਿੰਗ ਵੀ ਆਪਾਂ ਦੇਖ ਸਕਦੇ ਹਾਂ। ਉਹ ਬਾਬਾ ਜੀ ਉਹ ਜਿਹੜੀ ਬਿਲਡਿੰਗ ਉਹ ਕਿਹੜੀ ਬਿਲਡਿੰਗ ਹੈ? ਸਾਹਮਣੇ ਜਿਹੜੀ ਬਿਲਡਿੰਗ ਹੈ ਜੀ, ਉਹ ਬਿਲਡਿੰਗ ਜਿਸ ਕਿਸੇ ਪਰਿਵਾਰ ਨੇ ਆਪਣਾ ਕੋਈ ਸਪੈਸ਼ਲ ਫੰਕਸ਼ਨ ਵਗੈਰਾ ਕਰਾਉਣਾ ਹੋਵੇ ਉਸ ਲਈ ਉਹ ਤਿਆਰ ਕੀਤੀ ਗਈ ਜੀ। ਸੋ ਤੁਸੀਂ ਦੇਖ ਸਕਦੇ ਹੋ ਅੱਜ ਤੁਹਾਨੂੰ ਜੋ ਇੱਕ ਇਤਿਹਾਸਿਕ ਸਥਾਨ ਦੇ ਪੂਰੇ ਦਰਸ਼ਨ ਕਰਵਾਏ ਨੇ ਜੋ ਹਜ਼ਾਰਾ ਪਿੰਡ ਦੇ ਵਿੱਚ ਸੁਸ਼ੋਭਿਤ ਹੈ ਗੁਰਦੁਆਰਾ ਸ਼੍ਰੀ ਥੜਾ ਸਾਹਿਬ। ਸੋ ਅੱਜ ਤੁਸੀਂ ਦਰਸ਼ਨ ਕੀਤੇ ਆ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਦੇ ਜੋ ਹਜ਼ਾਰਾ ਪਿੰਡ ਦੇ ਵਿੱਚ ਸੁਸ਼ੋਭਿਤ ਹੈ। ਸੋ ਜਾਣ ਤੋਂ ਪਹਿਲਾਂ ਬਾਬਾ ਜੀ ਸਾਡੀਆਂ ਸੰਗਤਾਂ ਲਈ ਕੁਝ ਸੁਨੇਹਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਚਰਨ ਛੋਹ ਪ੍ਰਾਪਤ ਸਥਾਨ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਸਤਿਗੁਰਾਂ ਦੀ ਆਮਦ ਇਸ ਸਥਾਨ ਤੇ ਹੋਈ ਹੈ। ਸਤਿਗੁਰਾਂ ਦੇ ਦਾਰਿਆਂ ਦੇ ਲਈ ਸੰਗਤਾਂ ਦੂਰ ਦੁਰਾਡੇ ਤੋਂ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ ਤਾਂ ਜੋ ਸਤਿਗੁਰਾਂ ਦੇ ਪਾਵਨ ਇਤਿਹਾਸ ਦੇ ਨਾਲ ਅਸੀਂ ਜਾਣੂ ਹੋਈਏ। ਸੋ ਦੂਸਰੀ ਬੇਨਤੀ, ਸਤਿਗੁਰਾਂ ਨੇ ਸਾਨੂੰ ਬਾਣੀ ਤੇ ਬਾਣੇ ਦੇ ਨਾਲ ਜੋੜਿਆ। ਸੋ ਇਹ ਬੇਨਤੀ ਹੈ ਕਿ ਸਮੂਹ ਸੰਗਤਾਂ ਨੂੰ ਬਾਣੀ ਤੇ ਬਾਣੇ ਦੇ ਨਾਲ ਜੁੜਨ ਦੀ ਜਿਹੜੀ ਹੈ ਉਹ ਆਪਣੇ ਜੀਵਨ ਦੀ ਪਹਿਲ ਦੇ ਆਧਾਰ ਤੇ ਆਪ ਜੀ ਆਪਣੇ ਜੀਵਨ ਨੂੰ ਚਲਾਉਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅਗਲੀ ਵਾਰ ਇੱਕ ਨਵੇਂ ਗੁਰੂ ਘਰ ਦੇ ਨਾਲ ਤੁਹਾਨੂੰ ਜੋੜਾਂਗੇ। ਉਦੋਂ ਤੱਕ ਲਈ ਸਾਡਾ ਚੈਨਲ ਦੇਖਦੇ ਰਹੋ ਹੱਕ ਸੱਚ ਟੀਵੀ। ਸਤਿ ਸ਼੍ਰੀ ਅਕਾਲ।